ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਮੈਂ ਹਰਲੀਨ ਕੌਰ, ਪੰਜਾਬੀ ਦੀ ਅਧਿਆਪਕਾ, ਕਿਤਾਬਾਂ ਦੇ ਕੁਝ ਪੰਨੇ ਭਾਗ ਚੌਥਾ ਲੈ ਕੇ ਹਾਜ਼ਰ ਹਾਂ। ਪੰਜਾਬੀ ਭਾਸ਼ਾ, ਇਤਿਹਾਸ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਅਤੇ ਬਿਹਤਰ ਢੰਗ ਨਾਲ ਸਮਝਣ ਲਈ ਆਪਣੀ ਮਾਂ ਬੋਲੀ ਰਾਹੀਂ ਪੀੜ੍ਹੀਆਂ ਨੂੰ ਜੋੜਨ ਲਈ ਮੈਂ ਯਤਨਸ਼ੀਲ ਹਾਂ। ਕਿਹਾ ਜਾਂਦਾ ਹੈ ਕਿ ਜੇ ਕਿਸੇ ਨੂੰ ਉਸਦੇ ਆਪਣੇ ਵਿਰਸੇ ਤੇ ਜੜ੍ਹਾਂ ਤੋਂ ਵੱਖ ਕਰਨਾ ਹੋਵੇ ਤਾਂ ਉਸ ਕੋਲੋਂ ਉਸਦੀ ਮਾਂ ਬੋਲੀ ਖੋਹ ਲਵੋ, ਉਹ ਹੌਲੀ ਹੌਲੀ ਆਪੇ ਹੀ ਆਪਣੀ ਪਛਾਣ ਭੁੱਲ ਜਾਵੇਗਾ। ਕੀ ਆਪਾਂ ਅਜਿਹਾ ਚਾਹੁੰਦੇ ਹਾਂ? ਜੇ ਉੱਤਰ ਨਾ ਵਿੱਚ ਹੈ ਤਾਂ ਆਓ ਆਪਣੀ ਮਾਂ ਬੋਲੀ ਪੰਜਾਬੀ ਨੂੰ ਮਾਂ ਵਾਲਾ ਪਿਆਰ, ਸਤਿਕਾਰ, ਸਥਾਨ ਤੇ ਦਰਜਾ ਦੇਈਏ। ਆਪ ਪੰਜਾਬੀ ਬੋਲੀਏ, ਪੰਜਾਬੀ ਪੜ੍ਹੀਏ, ਪੰਜਾਬੀ ਲਿਖੀਏ ਅਤੇ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਸਿਖਾਈਏ। ਕਿਸੇ ਨੇ ਕਿਆ ਖੂਬ ਆਖਿਆ ਹੈ, ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੱਲ ਜਾਓਗੇ। ਇਸ ਦੇ ਨਾਲ ਪੰਜਾਬੀ ਆਡੀਓ ਬੁੱਕ ਭਾਗ ਚੌਥੇ ਦੀ ਸ਼ੁਰੂਆਤ ਕਰਦੀ ਹਾਂ। ਮੈਂ ਕੁਝ ਅੰਗਰੇਜ਼ੀ ਵਿੱਚ ਲਿਖੇ ਪੰਨਿਆਂ ਦਾ ਪੰਜਾਬੀ ਅਨੁਵਾਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਦਾ ਪਹਿਲਾ ਵਿਸ਼ਾ ਪੈਨਸਿਲ ਦੀ ਕਹਾਣੀ। ਇੱਕ ਮੁੰਡਾ ਆਪਣੀ ਦਾਦੀ ਨੂੰ ਚਿੱਠੀ ਲਿਖਦੇ ਦੇਖ ਰਿਹਾ ਸੀ। ਉਸਨੇ ਪੁੱਛਿਆ ਕਿ ਤੁਸੀਂ ਮੇਰੇ ਬਾਰੇ ਕੁਝ ਲਿਖ ਰਹੇ ਹੋ। ਉਸਦੀ ਦਾਦੀ ਨੇ ਚਿੱਠੀ ਲਿਖਣੀ ਬੰਦ ਕਰ ਦਿੱਤੀ ਅਤੇ ਆਪਣੇ ਪੋਤੇ ਨੂੰ ਕਿਹਾ, ਹਾਂ ਬੇਟਾ, ਮੈਂ ਤੁਹਾਡੇ ਬਾਰੇ ਲਿਖ ਰਹੀ ਹਾਂ, ਪਰ ਅਸਲ ਵਿੱਚ ਚਿੱਠੀ ਵਿੱਚ ਲਿਖੇ ਸ਼ਬਦਾਂ ਨਾਲੋਂ ਵਧੇਰੇ ਮਹੱਤਵਪੂਰਨ ਉਹ ਪੈਨਸਿਲ ਹੈ ਜੋ ਮੈਂ ਵਰਤ ਰਹੀ ਹਾਂ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੱਡੇ ਹੋ ਕੇ ਇਸ ਪੈਨਸਿਲ ਵਰਗੇ ਬਣੋਗੇ। ਹੈਰਾਨ ਹੋ ਕੇ ਮੁੰਡੇ ਨੇ ਪੈਨਸਿਲ ਵੱਲ ਦੇਖਿਆ। ਮੈਨੂੰ ਇਹ ਪੈਨਸਿਲ ਬਹੁਤੀ ਖਾਸ ਨਹੀਂ ਲੱਗ ਰਹੀ, ਇਹ ਕਿਸੇ ਆਮ ਪੈਨਸਿਲ ਵਾਂਗ ਹੈ ਜੋ ਮੈਂ ਦੇਖਦਾ ਹਾਂ। ਦਾਦੀ ਨੇ ਜਵਾਬ ਦਿੱਤਾ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ। ਇਸ ਵਿੱਚ 5 ਉਹ ਗੁਣ ਹਨ ਜੋ ਜੇਕਰ ਤੁਸੀਂ ਉਹਨਾਂ ਨੂੰ ਅਪਣਾ ਲਵੋ ਤਾਂ ਤੁਹਾਨੂੰ ਇੱਕ ਅਜਿਹਾ ਵਿਅਕਤੀ ਬਣਾ ਦੇਣਗੇ ਜੋ ਸੰਸਾਰ ਨਾਲ ਹਮੇਸ਼ਾ ਇਕਸੁਰ ਰਹਿੰਦਾ ਹੈ। ਪਹਿਲਾ ਗੁਣ, ਤੁਸੀਂ ਮਹਾਨ ਚੀਜ਼ਾਂ ਦੇ ਸਮਰੱਥ ਹੋ, ਪਰ ਤੁਹਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਤੁਹਾਡੇ ਕਦਮਾਂ ਦੀ ਅਗਵਾਈ ਕਰਨ ਵਾਲਾ ਇੱਕ ਹੱਥ ਹੈ। ਅਸੀਂ ਉਸ ਹੱਥ ਨੂੰ ਰੱਬ ਕਹਿੰਦੇ ਹਾਂ ਅਤੇ ਉਹ ਉਸ ਦੀ ਇੱਛਾ ਅਨੁਸਾਰ ਹਮੇਸ਼ਾ ਸਾਡੀ ਅਗਵਾਈ ਕਰਦਾ ਹੈ। ਦੂਜਾ ਗੁਣ, ਕੁਝ ਚਿਰ ਮਗਰੋਂ ਮੈਨੂੰ ਲਿਖਣਾ ਬੰਦ ਕਰਨਾ ਪਏਗਾ ਅਤੇ ਸ਼ਾਰਪਨਰ ਦੀ ਵਰਤੋਂ ਕਰਨੀ ਪਵੇਗੀ। ਇਹ ਪੈਨਸਿਲ ਨੂੰ ਥੋੜ੍ਹਾ ਦੁਖੀ ਬਣਾਉਂਦਾ ਹੈ, ਪਰ ਬਾਅਦ ਵਿੱਚ ਉਹ ਬਹੁਤ ਤਿੱਖੀ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਵੀ ਕੁਝ ਖਾਸ ਦੁੱਖਾਂ ਅਤੇ ਤਕਲੀਫਾਂ ਨੂੰ ਸਹਿਣਾ ਸਿੱਖਣਾ ਚਾਹੀਦਾ ਹੈ, ਕਿਉਂਕਿ ਉਹ ਤੁਹਾਨੂੰ ਇੱਕ ਬਿਹਤਰ ਵਿਅਕਤੀ ਬਣਾਉਣਗੇ। ਤੀਜਾ ਗੁਣ, ਪੈਨਸਿਲ ਹਮੇਸ਼ਾ ਸਾਨੂੰ ਕਿਸੇ ਵੀ ਗਲਤੀ ਨੂੰ ਦੂਰ ਕਰਨ ਲਈ ਇਰੇਜ਼ਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੀ ਹੈ। ਇਸ ਦਾ ਮਤਲਬ ਹੈ ਕਿ ਅਸੀਂ ਜੋ ਕੁਝ ਕੀਤਾ ਹੈ ਉਸ ਨੂੰ ਠੀਕ ਕਰਨਾ ਜ਼ਰੂਰੀ ਨਹੀਂ ਕਿ ਕੋਈ ਬੁਰੀ ਗੱਲ ਹੋਵੇ। ਇਹ ਸਾਨੂੰ ਸਹੀ ਰਾਹ 'ਤੇ ਚੱਲਣ ਵਿੱਚ ਉਤਸ਼ਾਹਿਤ ਕਰਦੀ ਹੈ। ਚੌਥਾ ਗੁਣ, ਇੱਕ ਪੈਨਸਿਲ ਵਿੱਚ ਅਸਲ ਵਿੱਚ ਕੀ ਮਾਇਨੇ ਰੱਖਦਾ ਹੈ, ਉਹ ਇਸ ਦਾ ਬਾਹਰੀ ਲੱਕੜ ਦਾ ਹਿੱਸਾ ਨਹੀਂ ਹੈ, ਬਲਕਿ ਅੰਦਰ ਦਾ ਗ੍ਰੇਫਾਈਟ ਹੈ। ਇਸ ਲਈ ਹਮੇਸ਼ਾ ਤੁਹਾਡੇ ਅੰਦਰ ਕੀ ਹੋ ਰਿਹਾ ਹੈ ਉਸ ਵੱਲ ਖਾਸ ਧਿਆਨ ਦਿਓ। ਅੰਤ ਵਿੱਚ ਪੈਨਸਿਲ ਦਾ ਪੰਜਵਾਂ ਗੁਣ, ਇਹ ਹਮੇਸ਼ਾ ਇੱਕ ਨਿਸ਼ਾਨ ਛੱਡਦੀ ਹੈ। ਉਸੇ ਤਰ੍ਹਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ, ਤੁਸੀਂ ਜੀਵਨ ਵਿੱਚ ਜੋ ਵੀ ਕਰੋਗੇ ਉਹ ਇੱਕ ਛਾਪ ਛੱਡੇਗਾ। ਇਸ ਲਈ ਆਪਣੇ ਹਰ ਕੰਮ ਵਿੱਚ ਇਸ ਬਾਰੇ ਸੁਚੇਤ ਰਹਿਣ ਦੀ ਕੋਸ਼ਿਸ਼ ਕਰੋ। ਅਗਲੀ ਕਹਾਣੀ, ਨਿਰਣੇ। ਇੱਕ ਪਿਆਰੀ ਜਿਹੀ ਕੁੜੀ ਨੇ ਆਪਣੇ ਦੋਹਾਂ ਹੱਥਾਂ ਨਾਲ 2 ਸੇਬ ਫੜੇ ਹੋਏ ਸੀ। ਉਸਦੀ ਮਾਂ ਅੰਦਰ ਆਈ ਅਤੇ ਆਪਣੀ ਛੋਟੀ ਧੀ ਨੂੰ ਮੁਸਕਰਾ ਕੇ ਕਿਹਾ, ਮੇਰੀ ਬੱਚੀ, ਕੀ ਤੁਸੀਂ ਆਪਣੀ ਮੰਮੀ ਨੂੰ ਆਪਣੇ 2 ਸੇਬਾਂ ਵਿੱਚ ਇੱਕ ਦੇ ਸਕਦੇ ਹੋ? ਕੁੜੀ ਨੇ ਕੁਝ ਸਕਿੰਟਾਂ ਲਈ ਆਪਣੀ ਮਾਂ ਵੱਲ ਦੇਖਿਆ, ਫਿਰ ਉਸਨੇ ਅਚਾਨਕ ਇੱਕ ਸੇਬ ਨੂੰ ਤੇਜ਼ੀ ਨਾਲ ਚੱਕ ਮਾਰਿਆ ਤੇ ਫਿਰ ਦੂਜੇ 'ਤੇ ਵੀ ਉਸੇ ਤਰ੍ਹਾਂ ਕੀਤਾ। ਮਾਂ ਨੇ ਮਹਿਸੂਸ ਕੀਤਾ ਕਿ ਉਸਦੇ ਚਿਹਰੇ 'ਤੇ ਮੁਸਕਰਾਹਟ ਚਲੀ ਜਿਹੀ ਗਈ।
ਉਸਨੇ ਆਪਣੀ ਨਿਰਾਸ਼ਾ ਨੂੰ ਪ੍ਰਗਟ ਨਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਫਿਰ ਕੁੜੀ ਨੇ ਆਪਣੇ ਕੱਟੇ ਹੋਏ ਸੇਬਾਂ ਵਿੱਚੋਂ ਇੱਕ ਆਪਣੀ ਮਾਂ ਨੂੰ ਦਿੱਤਾ ਅਤੇ ਕਿਹਾ, ਮੰਮੀ, ਇਹ ਵਾਲਾ ਸੇਬ ਤੁਸੀਂ ਖਾਓ, ਇਹ ਸਭ ਤੋਂ ਮਿੱਠਾ ਹੈ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ, ਕਿੰਨੇ ਤਜਰਬੇਕਾਰ ਹੋ, ਜਾਂ ਤੁਹਾਨੂੰ ਲੱਗਦਾ ਹੋਏ ਕਿ ਤੁਸੀਂ ਬਹੁਤ ਜਾਣਕਾਰ ਹੋ। ਹਮੇਸ਼ਾ ਦੂਜਿਆਂ ਬਾਰੇ ਨਿਰਣਾ ਕਰਨ ਵਿੱਚ ਦੇਰੀ ਕਰੋ। ਦੂਜਿਆਂ ਨੂੰ ਆਪਣੇ ਆਪ ਨੂੰ ਸਮਝਾਉਣ ਦਾ ਅਤੇ ਆਪਣੇ ਆਪ ਨੂੰ ਸਮਝਣ ਦਾ ਮੌਕਾ ਜ਼ਰੂਰ ਦਿਓ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਜੋ ਤੁਸੀਂ ਦੇਖਦੇ ਹੋ ਉਹ ਹਮੇਸ਼ਾ ਸੱਚ ਹੋਵੇ, ਜਾਂ ਜੋ ਨਹੀਂ ਦਿਖਦਾ ਉਹ ਅਸਲੀਅਤ ਤੋਂ ਪਰੇ ਹੋਵੇ। ਅਗਲੀ ਕਹਾਣੀ, ਜ਼ਿੰਦਗੀ ਦਾ ਦਾਇਰਾ। ਜੀਵਨ ਤੋਂ ਨਿਰਾਸ਼ ਇੱਕ ਆਦਮੀ ਇੱਕ ਵਾਰ ਬੁੱਧ ਕੋਲ ਆਇਆ। ਉਸਨੇ ਬੁੱਧ ਨੂੰ ਦੱਸਿਆ ਕਿ ਉਹ ਆਪਣੇ ਜੀਵਨ ਦੇ ਤਰੀਕੇ ਤੋਂ ਪੂਰੀ ਤਰ੍ਹਾਂ ਨਿਰਾਸ਼ ਸੀ ਅਤੇ ਬੁੱਧ ਨੂੰ ਪੁੱਛਿਆ, ਕੀ ਕੋਈ ਹੱਲ ਹੈ? ਬੁੱਧ ਨੇ ਆਦਮੀ ਨੂੰ ਇੱਕ ਮੁੱਠੀ ਲੂਣ ਲੈ ਕੇ ਇੱਕ ਗਲਾਸ ਪਾਣੀ ਵਿੱਚ ਪਾ ਕੇ ਪਾਣੀ ਪੀਣ ਲਈ ਕਿਹਾ। ਜਦੋਂ ਆਦਮੀ ਨੇ ਅਜਿਹਾ ਕੀਤਾ ਤਾਂ ਬੁੱਧ ਨੇ ਉਸ ਨੂੰ ਪੁੱਛਿਆ ਕਿ ਇਸ ਦਾ ਸਵਾਦ ਕਿਵੇਂ ਹੈ। ਆਦਮੀ ਨੇ ਔਖਾ ਜਿਹਾ ਚਿਹਰਾ ਬਣਾ ਕੇ ਕਿਹਾ ਕਿ ਇਹ ਬਹੁਤ ਨਮਕੀਨ ਅਤੇ ਭਿਆਨਕ ਸੀ। ਬੁੱਧ ਨੇ ਕਿਹਾ, ਹੁਣ ਇੱਕ ਹੋਰ ਮੁੱਠੀ ਭਰ ਨਮਕ ਲੈ ਕੇ ਇਸ ਨੂੰ ਝੀਲ ਦੇ ਪਾਣੀ ਵਿੱਚ ਮਿਲਾਓ ਅਤੇ ਫਿਰ ਇਸ ਨੂੰ ਪੀਓ। ਆਦਮੀ ਦੇ ਅਜਿਹਾ ਕਰਨ ਤੋਂ ਬਾਅਦ ਬੁੱਧ ਨੇ ਉਸ ਨੂੰ ਪੁੱਛਿਆ, ਹੁਣ ਇਸ ਦਾ ਸਵਾਦ ਕਿਵੇਂ ਹੈ? ਮਿੱਠਾ, ਆਦਮੀ ਨੇ ਜਵਾਬ ਦਿੱਤਾ। ਕੀ ਤੁਸੀਂ ਉਸ ਲੂਣ ਦਾ ਸਵਾਦ ਨਹੀਂ ਲਿਆ ਜੋ ਤੁਸੀਂ ਇਸ ਵਿੱਚ ਮਿਲਾਇਆ ਸੀ? ਬੁੱਧ ਨੇ ਉਸ ਨੂੰ ਪੁੱਛਿਆ। ਨਹੀਂ, ਮੈਂ ਕੋਈ ਲੂਣ ਨਹੀਂ ਚੱਖ ਸਕਿਆ, ਆਦਮੀ ਨੇ ਕਿਹਾ। ਬੁੱਧ ਨੇ ਪੁੱਛਿਆ, ਕੀ ਤੁਸੀਂ ਇਸ ਗੱਲ ਤੋਂ ਕੁਝ ਸਿੱਖਿਆ ਹੈ? ਜ਼ਿੰਦਗੀ ਵਿੱਚ ਅਸੀਂ ਜਿਨ੍ਹਾਂ ਦੁੱਖਾਂ, ਦਰਦਾਂ ਅਤੇ ਨਿਰਾਸ਼ਾ ਦਾ ਸਾਹਮਣਾ ਕਰਦੇ ਹਾਂ ਉਹ ਲੂਣ ਵਾਂਗ ਹਨ, ਲੇਕਿਨ ਜਦੋਂ ਸਾਡਾ ਦਾਇਰਾ ਇੱਕ ਗਲਾਸ ਪਾਣੀ ਤੱਕ ਸੀਮਤ ਹੋ ਜਾਂਦਾ ਹੈ ਤਾਂ ਦੁੱਖ ਅਤੇ ਨਿਰਾਸ਼ਾ ਬਹੁਤ ਜ਼ਿਆਦਾ ਅਤੇ ਅਸਹਿਜ ਜਾਪਦੀ ਹੈ। ਪਰ ਜਦੋਂ ਅਸੀਂ ਆਪਣੇ ਘੇਰੇ ਨੂੰ ਇੱਕ ਝੀਲ ਜਾਂ ਨਦੀ ਤੱਕ ਵਧਾ ਲੈਂਦੇ ਹਾਂ ਤਾਂ ਉਹੀ ਦਰਦ, ਦੁੱਖ ਅਤੇ ਨਿਰਾਸ਼ਤਾ ਸਾਨੂੰ ਛੋਟੇ ਜਾਂ ਘੱਟ ਮਹਿਸੂਸ ਹੋਣ ਲੱਗ ਜਾਂਦੇ ਹਨ। ਇਸ ਲਈ ਆਪਣੇ ਦੁੱਖਾਂ ਨੂੰ ਦੂਰ ਕਰਨ ਲਈ ਆਪਣੀ ਜ਼ਿੰਦਗੀ ਦਾ ਦਾਇਰਾ ਵਧਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਅੱਜ ਦੀ ਆਖਰੀ ਕਹਾਣੀ, ਦਿਆਲਤਾ। ਇੱਕ ਨੌਜਵਾਨ ਗਰੀਬ ਲੜਕਾ ਜੋ ਆਪਣੇ ਭੁੱਖੇ ਪੇਟ ਦਾ ਢਿੱਡ ਭਰਨ ਲਈ ਘਰ ਘਰ ਭੀਖ ਮੰਗ ਰਿਹਾ ਸੀ, ਨੇ ਫੈਸਲਾ ਕੀਤਾ ਕਿ ਉਹ ਅਗਲੇ ਘਰ ਤੋਂ ਰੋਟੀ ਮੰਗੇਗਾ। ਹਾਲਾਂਕਿ ਜਦੋਂ ਇੱਕ ਪਿਆਰੀ ਮੁਟਿਆਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦਾ ਹੌਸਲਾ ਟੁੱਟ ਗਿਆ। ਖਾਣੇ ਦੀ ਬਜਾਏ ਉਸਨੇ ਸਿਰਫ ਇੱਕ ਗਲਾਸ ਪਾਣੀ ਮੰਗਿਆ। ਕੁੜੀ ਨੇ ਸੋਚਿਆ ਕਿ ਉਸਨੂੰ ਭੁੱਖ ਲੱਗੀ ਹੋਵੇਗੀ, ਇਸ ਲਈ ਉਸਨੇ ਉਸਨੂੰ ਇੱਕ ਦੁੱਧ ਦਾ ਵੱਡਾ ਗਲਾਸ ਲਿਆ ਕੇ ਦਿੱਤਾ। ਉਸਨੇ ਇਸ ਨੂੰ ਹੌਲੀ-ਹੌਲੀ ਪੀਤਾ ਅਤੇ ਫਿਰ ਪੁੱਛਿਆ, ਮੈਂ ਤੁਹਾਡਾ ਕਿੰਨੇ ਦਾ ਦੇਣਦਾਰ ਹਾਂ? ਕੁੜੀ ਨੇ ਜਵਾਬ ਦਿੱਤਾ, ਤੁਹਾਡੀ ਮੇਰੇ 'ਤੇ ਕੋਈ ਦੇਣਦਾਰੀ ਨਹੀਂ ਹੈ। ਸਾਡੀ ਮਾਂ ਨੇ ਸਾਨੂੰ ਕਦੇ ਵੀ ਦਿਆਲਤਾ ਲਈ ਕੁਝ ਵੀ ਨਾ ਸਵੀਕਾਰ ਕਰਨ ਦੀ ਸਿੱਖ ਦਿੱਤੀ ਹੈ। ਉਸਨੇ ਕਿਹਾ, ਫਿਰ ਮੈਂ ਦਿਲ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ। ਕਈ ਸਾਲਾਂ ਬਾਅਦ ਉਹ ਮੁਟਿਆਰ ਗੰਭੀਰ ਰੂਪ ਵਿੱਚ ਬਿਮਾਰ ਹੋ ਗਈ। ਸਥਾਨਕ ਡਾਕਟਰ ਉਸ ਨੂੰ ਠੀਕ ਕਰਨ 'ਚ ਅਸਫਲ ਹੋ ਗਏ ਸਨ। ਉਹਨਾਂ ਨੇ ਅੰਤ ਵਿੱਚ ਉਸ ਨੂੰ ਵੱਡੇ ਸ਼ਹਿਰ ਵਿੱਚ ਭੇਜਿਆ, ਜਿੱਥੇ ਉਹਨਾਂ ਨੇ ਉਸ ਦੀ ਦੁਰਲੱਭ ਬਿਮਾਰੀ ਦਾ ਅਧਿਐਨ ਕਰਨ ਲਈ ਮਾਹਿਰਾਂ ਨੂੰ ਬੁਲਾਇਆ। ਡਾਕਟਰ ਹਾਵਰਡ ਕੈਲੀ ਨੂੰ ਸਲਾਹ ਮਸ਼ਵਰੇ ਲਈ ਬੁਲਾਇਆ ਗਿਆ। ਜਦੋਂ ਉਸਨੇ ਉਸ ਸ਼ਹਿਰ ਦਾ ਨਾਮ ਸੁਣਿਆ ਜਿੱਥੋਂ ਉਹ ਆਈ ਸੀ, ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਰੌਸ਼ਨੀ ਭਰ ਗਈ। ਤੁਰੰਤ ਉਹ ਉੱਠਿਆ ਅਤੇ ਹਸਪਤਾਲ ਦੇ ਹਾਲ ਤੋਂ ਹੇਠਾਂ ਉਸ ਦੇ ਕਮਰੇ ਵਿੱਚ ਚਲਾ ਗਿਆ। ਉਸਨੇ ਉਸੇ ਵੇਲੇ ਉਸ ਨੂੰ ਪਛਾਣ ਲਿਆ। ਉਸ ਦਿਨ ਤੋਂ ਡਾਕਟਰ ਨੇ ਉਸ ਕੇਸ ਵੱਲ ਵਿਸ਼ੇਸ਼ ਧਿਆਨ ਦਿੱਤਾ। ਲੰਬੀ ਜੱਦੋ-ਜਹਿਦ ਤੋਂ ਬਾਅਦ ਲੜਾਈ ਜਿੱਤੀ ਗਈ। ਡਾਕਟਰ ਕੈਲੀ ਨੇ ਬਿਜ਼ਨਸ ਆਫਿਸ ਨੂੰ ਅੰਤਿਮ ਬਿੱਲ ਨੂੰ ਮਨਜ਼ੂਰੀ ਲਈ ਪਾਸ ਕਰਨ ਦੀ ਬੇਨਤੀ ਕੀਤੀ। ਉਸਨੇ ਇਸ ਵੱਲ ਦੇਖਿਆ, ਫਿਰ ਬਿੱਲ 'ਤੇ ਕੁਝ ਲਿਖਿਆ। ਬਿੱਲ ਨੂੰ ਉਸ ਔਰਤ ਦੇ ਕਮਰੇ ਵਿੱਚ ਭੇਜਿਆ ਗਿਆ। ਉਹ ਉਸ ਨੂੰ ਖੋਲ੍ਹਣ ਤੋਂ ਡਰ ਰਹੀ ਸੀ, ਕਿਉਂਕਿ ਉਸ ਨੂੰ ਯਕੀਨ ਸੀ ਕਿ ਇਸ ਸਭ ਦਾ ਭੁਗਤਾਨ ਕਰਨ ਵਿੱਚ ਉਸ ਦੀ ਬਾਕੀ ਦੀ ਜ਼ਿੰਦਗੀ ਲੱਗ ਸਕਦੀ ਹੈ।
ਉਹਨੇ ਹਿੰਮਤ ਕਰਕੇ ਜਦੋਂ ਬਿੱਲ ਨੂੰ ਦੇਖਿਆ ਤਾਂ ਬਿੱਲ ਦੇ ਕਿਨਾਰੇ 'ਤੇ ਕੁਝ ਲਿਖਿਆ ਹੋਇਆ ਸੀ, ਦੁੱਧ ਦੇ ਗਲਾਸ ਨਾਲ ਪੂਰਾ ਭੁਗਤਾਨ। ਉਸ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਉਸਨੇ ਡਾਕਟਰ ਨੂੰ ਪਛਾਣ ਲਿਆ ਸੀ। ਦਿਆਲਤਾ ਦਾ ਸੁਭਾਅ ਲੈਣ ਦੇਣ ਤੋਂ ਬਹੁਤ ਉੱਚਾ ਹੁੰਦਾ ਹੈ। ਇਸ ਦੀ ਵਾਪਸੀ ਕਲਪਨਾਯੋਗ ਨਹੀਂ ਹੈ। ਸੋ ਦਿਆਲਤਾ ਕਰਨ ਵੇਲੇ ਸੋਚੋ ਨਾ, ਬਸ ਆਪਣੇ ਦਿਲ ਦੀ ਆਵਾਜ਼ ਸੁਣੋ ਤੇ ਉਸ ਰੱਬ ਦਾ ਸ਼ੁਕਰਾਨਾ ਕਰੋ ਜਿਸ ਨੇ ਤੁਹਾਨੂੰ ਕਿਸੇ ਦੀ ਮਦਦ ਕਰਨ ਜੋਗਾ ਬਣਾਇਆ। ਇਸ ਦੇ ਨਾਲ ਅੱਜ ਦੀ ਕਹਾਣੀਆਂ ਦੇ ਚੌਥੇ ਭਾਗ ਦਾ ਅੰਤ ਕਰਦੀ ਹਾਂ। ਆਪਣਾ ਅਣਮੁੱਲਾ ਸਮਾਂ ਕੱਢ ਕੇ ਮੈਨੂੰ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਮੈਂ ਇਸ ਚੈਨਲ ਨੂੰ ਸਮਾਨ ਸੋਚ ਅਤੇ ਵਿਚਾਰਾਂ ਵਾਲੇ ਲੋਕਾਂ ਨਾਲ ਸਾਂਝਾ ਕਰਨ ਲਈ ਤੁਹਾਡੇ ਸਭ ਦੀ ਦਿਲੋਂ ਸਹਿਯੋਗ ਦੀ ਬੇਨਤੀ ਕਰਨਾ ਚਾਹੁੰਦੀ ਹਾਂ। ਅਜਿਹੀਆਂ ਹੋਰ ਕਹਾਣੀਆਂ ਅਤੇ ਵਿਸ਼ੇ ਲੈ ਕੇ ਜਲਦੀ ਮਿਲਣ ਦੀ ਆਸ ਕਰਦੀ ਹਾਂ। ਰੱਬ ਰਾਖਾ।